ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਭਗਤਾਂ ਕਰਨ ਦੀ ਰਾਜਨੀਤੀ ਬਹੁਤ ਦਹਾਕਿਆਂ ਤੋਂ ਚੱਲ ਰਹੀ ਹੈ। ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਬੜੇ ਤਰੀਕੇ ਇਹਨਾਂ ਸਰਕਾਰਾਂ ਨੇ ਕਰ ਲਈ, ਪਰ ਅੰਤ ਵਿੱਚ ਇਹਨਾਂ ਦੇ ਪੱਲੇ ਬਸ ਇੱਕ ਤਰੀਕਾ ਆਇਆ ਕਿ ਸਿੱਖਾਂ ਨੂੰ ਜੇ ਮਾਰ ਮੁਕਾਉਣਾ ਹੈ, ਸਿੱਖਾਂ ਦੀ ਨਸਲਕੁਸ਼ੀ ਕਰਨੀ ਹੈ ਤਾਂ ਉਹ ਭਗਵੇਂ ਏਜੰਡਿਆਂ ਹੇਠ ਆਪਣੇ ਨਾਲ ਮਿਲਾ ਕੇ ਹੀ ਕੀਤੀ ਜਾ ਸਕਦੀ ਹੈ। ਇਹਨਾਂ ਦਾ ਇਤਿਹਾਸ ਮਿਟਾ ਕੇ ਹੀ ਕੀਤੀ ਜਾ ਸਕਦੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਨਰਿੰਦਰ ਮੋਦੀ ਨੇ ਵੀ ਰਾਮ ਮੰਦਰ ਦੇ ਸ਼ਿਲਾਨਿਆਸ ਉੱਤੇ ਦਿੱਤਾ ਅਤੇ ਇੱਕ ਅਖੌਤੀ ਜਥੇਦਾਰ ਇਕਬਾਲ ਸਿੰਘ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਦੇ ਵੱਡੇ ਪੁੱਤਰ ਲਵ ਦਾ ਅੰਸ਼-ਵੰਸ਼ ਦੱਸਿਆ। ਤੇ ਸੋਸ਼ਲ ਮੀਡੀਆ ਉੱਤੇ ਅਦਾਕਾਰ ਦੀਪ ਸਿੱਧੂ ਹਮੇਸ਼ਾ ਆਪਣੇ ਦਿਲ ਦੀ ਗੱਲ ਸਾਂਝੀ ਕਰਦੇ ਨੇ ਤੱਥਾਂ ਦੇ ਆਧਾਰ ਤੇ ਇਸ ਵਾਰ ਉਹਨਾਂ ਨੇ ਰੱਜ ਕੇ ਲਾਹਣਤਾਂ ਪਾਈਆਂ ਪੀਐਮ ਤੋਂ ਲੈ ਕੇ ਹਰ ਉਸ ਇਨਸਾਨ ਤੱਕ ਜੋ ਭਗਵੇਂ ਏਜੰਡੇ ਹੇਠ ਸਿੱਖਾਂ ਦਾ ਵਜੂਦ ਮਿਟਾਉਣਾ ਚਾਹੁੰਦੇ ਨੇ। ਵੀ ਸਾਨੂੰ ਆਪਦੇ ਆਪ 'ਚ ਮਿਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਕੱਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਤੱਖ ਰੂਪ 'ਚ ਉਸ ਪਲੇਟਫਾਰਮ ਤੇ ਜਿਹਨੂੰ ਮੈਨੂੰ ਲੱਗਦਾ ਸਾਰਾ ਦੇਸ਼ ਦੇਖ ਰਿਹਾ ਸੀ, ਆ ਕੇ ਇਹ ਗੱਲ ਕੀਤੀ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੁਦ ਰਾਮਾਇਣ ਲਿਖੀ ਸੀ, ਗੋਬਿੰਦ ਰਾਮਾਇਣ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਗੱਲ ਜਿਹੜੀ ਆਪਾਂ ਕਰਨੀ ਆ, ਕੱਲ ਤੁਹਾਡੇ ਪ੍ਰਤੱਖ ਰੂਪ 'ਚ ਸਾਹਮਣੇ ਆ ਗਈ ਉਹ ਗੱਲ ਜਿਹੜੀ ਮੈਂ ਕੁਝ ਦਿਨ ਪਹਿਲਾਂ ਆਪਦੇ ਸੋਸ਼ਲ ਹੈਂਡਲ ਤੇ ਕੀਤੀ ਸੀ ਵੀ ਸਾਨੂੰ ਆਪਦੇ ਆਪ 'ਚ ਮਿਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਕੱਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਤੱਖ ਰੂਪ 'ਚ ਉਸ ਪਲੇਟਫਾਰਮ ਤੇ ਜਿਹਨੂੰ ਮੈਨੂੰ ਲੱਗਦਾ ਸਾਰਾ ਦੇਸ਼ ਦੇਖ ਰਿਹਾ ਸੀ, ਆ ਕੇ ਇਹ ਗੱਲ ਕੀਤੀ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੁਦ ਰਾਮਾਇਣ ਲਿਖੀ ਸੀ, ਗੋਬਿੰਦ ਰਾਮਾਇਣ। ਸੋ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਪ੍ਰਤੱਖ ਰੂਪ 'ਚ ਤੁਹਾਡੇ ਸਾਹਮਣੇ ਆ ਗਈ। ਇਹ ਗੱਲ ਬੜੀ ਚਿੰਤਾਜਨਕ ਆ, ਇਹਦੇ ਤੇ ਸਾਨੂੰ ਚਿੰਤਨ ਕਰਨਾ ਇਸ ਗੱਲ ਤੇ ਬਣਦਾ ਤੇ ਉਹਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਇਹਨਾਂ ਅਮਲਾਂ 'ਚੋਂ ਕੁਛ ਸਿੱਖਣਾ ਪਊਗਾ। ਇਹ ਬਹੁਤ ਜ਼ਰੂਰੀ ਆ ਸਾਡੇ ਲਈ, ਕਿਉਂਕਿ ਇਹ ਗੱਲ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਆ। ਜਿਹੜੀ ਕਿਸੇ ਵੇਲੇ ਨਸਲਕੁਸ਼ੀ ਹੁੰਦੀ ਸੀ ਉਹ ਸਰੀਰਕ ਹੁੰਦੀ ਸੀ, ਅੱਜ ਉਸ ਨਸਲਕੁਸ਼ੀ ਦਾ ਜਿਹੜਾ ਇੱਕ ਦੂਜਾ ਰੂਪ ਆ ਉਹ ਇਹ ਆ ਵੀ ਤੁਹਾਨੂੰ ਆਪਦੇ ਆਪ 'ਚ ਮਿਲਾ ਲਿਆ ਜਾਵੇ। ਤੁਹਾਡੇ ਧਾਰਮਿਕ ਗ੍ਰੰਥਾਂ 'ਚ ਮਿਲਾਵਟ ਕਰਕੇ, ਤੁਹਾਡੇ ਰਵਾਇਤੀ ਗਿਆਨ ਨੂੰ ਠੇਸ ਮਾਰ ਕੇ ਜਾਂ ਉਹਦੇ 'ਚ ਢਾਹ ਲਾ ਕੇ, ਜਾਂ ਤੁਹਾਡੀ ਜਿਹੜੀ ਰਵਾਇਤੀ ਹੋਰ ਰਵਾਇਤਾਂ, ਤੁਹਾਡੀ ਜੀਵਨ ਸ਼ੈਲੀ ਆ ਉਹਨੂੰ ਖਤਮ ਕਰਕੇ ਤੇ ਤੁਹਾਡੀ ਮਾਂ ਬੋਲੀ ਤੇ ਅਟੈਕ ਕਰਕੇ, ਇਹ ਤਿੰਨ ਚੀਜ਼ਾਂ ਦੇ ਥਰੂ ਤੁਹਾਨੂੰ ਆਪਦੇ ਆਪ 'ਚ ਅਸਿਮੀਲੇਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ, ਅੰਗਰੇਜ਼ੀ ਦਾ ਇੱਕ ਵਰਡ ਆ ਅਸਿਮੀਲੇਸ਼ਨ, ਉਹ ਆਪਦੇ ਆਪ 'ਚ ਤੁਹਾਨੂੰ ਅਸਿਮੀਲੇਟ ਕਰ ਰਹੇ ਆ ਤੇ ਅਸੀਂ ਇਹ ਹੋਣ ਦੇ ਰਹੇ ਹਾਂ। ਇਹ ਦੇਖੋ ਉੱਥੇ ਸਾਡੇ ਕੋਈ ਜਥੇਦਾਰ ਸਾਹਿਬਾਨ ਵੀ ਬੈਠੇ ਆ, ਉਹ ਵੀ ਜਾ ਕੇ ਸਟੇਟਮੈਂਟ ਦੇ ਆਉਂਦੇ ਆ ਵੀ ਗੁਰੂ ਨਾਨਕ ਸਾਹਿਬ ਜਾਂ ਗੁਰੂ ਗੋਬਿੰਦ ਸਿੰਘ ਜੀ ਤਾਂ ਲਵ ਕੁਸ਼ ਦੇ ਖਾਨਦਾਨ 'ਚੋਂ ਸੀ। ਹੁਣ ਕੀ ਆਸ ਕੀਤੀ ਜਾ ਸਕਦੀ ਹੈ ਇਹੋ ਜਿਹੀ ਲੀਡਰਸ਼ਿਪ ਤੋਂ? ਤੇ ਤੁਸੀਂ ਆਪ ਹੀ ਇਹਦੇ ਮੈਨੂੰ ਲੱਗਦਾ ਬੜੇ ਵੱਡੇ ਸ਼ਿਕਾਰ ਹੋ ਰਹੇ ਹਾਂ, ਆਪਾਂ ਸਾਰੇ ਸ਼ਿਕਾਰ ਹੋ ਰਹੇ ਹਾਂ। ਜਿਹੜੀ ਮੈਂ ਗੱਲ ਕਰ ਰਿਹਾ ਅਸਿਮੀਲੇਸ਼ਨ ਦੀ, ਇਸ ਤੋਂ ਬਚਿਆ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਆ। ਮੈਂ ਇਸ ਕਰਕੇ ਅੱਜ ਫਿਰ ਤੁਹਾਡੇ ਰੂਬਰੂ ਹੋਇਆ ਕਿਉਂਕਿ ਗੱਲ ਇਹ ਚਿੰਤਨ ਕਰਨਾ ਇਹਦੇ ਤੇ ਬਣਦਾ, ਇਹਦੇ ਤੇ ਗੱਲ ਕਰਨੀ ਬਣਦੀ ਆ। ਪਹਿਲੀ ਗੱਲ ਯਾਦ ਰੱਖਿਓ, ਤੁਹਾਡੇ ਧਾਰਮਿਕ ਗ੍ਰੰਥਾਂ ਨੂੰ ਚੇਂਜ ਕਰ ਰਹੇ ਆ। ਦੂਜੀ ਗੱਲ ਆ, ਤੁਹਾਡਾ ਰਵਾਇਤੀ ਗਿਆਨ, ਤੁਹਾਡੀ ਰਵਾਇਤੀ ਜਿਹੜੀ ਹੋਰ ਉੱਥੋਂ ਦੀਆਂ ਸਾਡੀਆਂ ਰਵਾਇਤਾਂ ਪੰਜਾਬ ਦੀਆਂ ਜਾਂ ਸਾਡੀ ਜਿਹੜੀ ਜੀਵਨ ਸ਼ੈਲੀ ਆ ਉਹਨੂੰ ਬਦਲ ਕੇ, ਅਗਲੀ ਗੱਲ ਮਾਂ ਬੋਲੀ ਨੂੰ ਇਹ ਜਮਾਂ ਹੀ ਖਤਮ ਕਰਨ 'ਚ ਲੱਗੇ ਹੋਏ ਆ। ਇਸ ਸਾਰੀ ਗੱਲ ਨੂੰ, ਇਹ ਤਿੰਨੇ ਚੀਜ਼ਾਂ ਨੂੰ, ਇਹਨਾਂ ਤਿੰਨਾਂ ਤੇ ਆਪਾਂ ਗੱਲ ਕਰਾਂਗੇ। ਇੱਕੋ ਹੀ ਨੈਰੇਟਿਵ ਦੇ ਥਰੂ, ਇੱਕੋ ਹੀ ਬਿਰਤਾਂਤ ਦੇ ਥਰੂ ਖਤਮ ਕੀਤਾ ਜਾ ਰਿਹਾ, ਉਹ ਹੈ ਨੈਸ਼ਨਲਿਜ਼ਮ ਜਾਂ ਰਾਸ਼ਟਰਵਾਦ ਦਾ। ਸੋ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਕਰ ਰਿਹਾ, ਆਪਾਂ ਪਹਿਲੀ ਗੱਲ ਕਰਦੇ ਹਾਂ ਧਾਰਮਿਕ ਗ੍ਰੰਥਾਂ ਦੀ। ਜਦੋਂ ਤੁਸੀਂ ਇਹ ਦੇਖੋ, 10ਵੇਂ ਗ੍ਰੰਥ ਤੇ ਅੱਜ ਬਹੁਤ ਵੱਡੀ ਬਹਿਸ ਪੰਥ ਦੇ ਅੰਦਰ ਚੱਲ ਰਹੀ ਆ ਜਾਂ ਪੰਜਾਬ ਦੇ ਅੰਦਰ ਚੱਲ ਰਹੀ ਆ, ਕਿਉਂਕਿ ਇੱਕ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਆ। ਸ਼੍ਰੀ ਗੁਰੂ ਨਾਨਕ ਸਾਹਿਬ ਦੇ ਟਾਈਮ ਤੋਂ ਹੀ, ਉਸੇ ਵੇਲੇ ਤੋਂ ਸ਼ਾਬਦਿਕ ਹਮਲੇ ਜਾਂ ਕੋਈ ਨਕਲੀ ਰਚਨਾਵਾਂ ਗੁਰੂ ਸਾਹਿਬ ਦਾ ਨਾਂ ਯੂਜ਼ ਕਰਕੇ ਇਹ ਹਮਲੇ ਹੋਣੇ ਸ਼ੁਰੂ ਹੋ ਗਏ ਸੀ। ਸੋ ਇਹ ਹਮਲੇ
ਸ਼ੁਰੂ ਹੁੰਦੇ ਹੁੰਦੇ ਪਹਿਲੀ ਪਾਤਸ਼ਾਹੀ, ਦੂਜੀ ਪਾਤਸ਼ਾਹੀ, ਤੀਜੀ ਪਾਤਸ਼ਾਹੀ, ਚੌਥੀ ਪਾਤਸ਼ਾਹੀ ਹੁੰਦੇ ਰਹੇ, ਪਰ ਗੁਰੂ ਨਾਨਕ ਸਾਹਿਬ ਨੇ ਵੀ ਇਸ ਗੱਲ ਦੀ ਲੜਾਈ ਜਾਰੀ ਰੱਖੀ, ਆਪਦਾ ਬਿਰਤਾਂਤ ਰਚਿਆ, ਸਰੀਰਕ ਰੂਪ 'ਚ ਉਦੋਂ ਮੌਜੂਦ ਸੀ। ਉਸੇ ਤਰ੍ਹਾਂ ਦੂਜੀ ਪਾਤਸ਼ਾਹੀ ਨੇ, ਤੀਜੀ ਪਾਤਸ਼ਾਹੀ ਨੇ, ਪੰਜਵੀਂ ਪਾਤਸ਼ਾਹੀ ਤਾਈਂ ਆਉਂਦੇ ਆਉਂਦੇ ਸਾਡੀ ਜਿਹੜੀ ਬਾਣੀ ਸੀ ਉਹਨੂੰ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਪੰਜਵੇਂ ਪਾਤਸ਼ਾਹ ਨੇ ਦਿੱਤਾ। ਹੁਣ ਪੰਜਵੇਂ ਪਾਤਸ਼ਾਹ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਦਿੱਤਾ, ਉਹਨੂੰ ਹੁਣ ਬਦਲਣਾ ਜਾਂ ਉਹਦੇ 'ਚ ਮਿਲਾਵਟ ਕਰਨੀ ਬੜੀ ਔਖੀ ਸੀ। ਸੋ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਅੱਗੇ ਅੱਜ ਅਸੀਂ ਉਹਨੂੰ ਨਮਸਕਾਰ ਕਰਦੇ ਹਾਂ, ਨਤਮਸਤਕ ਹੁੰਦੇ ਹਾਂ। ਹੁਣ ਇਸ ਗੱਲ ਤੇ ਮੈਂ ਇਸ ਕਰਕੇ ਆ ਰਿਹਾ, ਦੇਖੋ ਇਸ ਗੱਲ ਕੱਲ ਜਿਹੜੀ ਮੈਂ 267 ਸਰੂਪ ਜਿਹੜੇ ਮਿਸਿੰਗ ਆ ਉਹਦੀ ਗੱਲ ਕੀਤੀ ਸੀ, ਇਹ ਬਹੁਤ ਸੀਰੀਅਸ ਮੁੱਦਾ, ਇਹਨੂੰ ਬਹੁਤ ਸੀਰੀਅਸਲੀ ਲਿਓ ਤੁਸੀਂ, ਕਿਉਂਕਿ ਇਸ ਗੱਲ ਤੇ ਸਵਾਲ ਉੱਠਣੇ ਚਾਹੀਦੇ ਆ। ਸਵਾਲ SGPC ਦੇ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਆ ਉਹ ਜਵਾਬ ਦੇਣ, ਜਾਂ ਜਿਹੜੇ ਵੀ ਜਥੇਬੰਦੀ ਆ ਸਾਡੀ ਇਸ ਗੱਲ ਲਈ ਜ਼ਿੰਮੇਦਾਰ ਆ ਵੀ ਉਹ ਸਰੂਪ ਗਏ ਕਿੱਧਰ, ਉਹ ਜਵਾਬ ਦੇਣ। ਕਿਉਂਕਿ ਗੁਰੂ ਨੂੰ ਤੁਸੀਂ ਕਿਤਾਬ ਸਮਝੀ ਜਾਂਦੇ ਹੋ, ਸਾਡੇ ਲੀਡਰ ਹੀ ਗੁਰੂ ਨੂੰ ਕਿਤਾਬ ਸਮਝੀ ਜਾਂਦੇ ਆ। ਇਹ ਤਾਂ ਐਂ ਆ ਜਿਵੇਂ ਕੋਈ ਕਿਤਾਬ ਕਿਸੇ ਨੂੰ ਵੰਡਤੀ ਤੇ ਉਹਦਾ ਕਿਤੇ ਵੇਰਵਾ ਹੀ ਨਹੀਂ। ਇਹ ਗੱਲ ਬਹੁਤ ਸੋਚਣ ਸਮਝਣ ਵਾਲੀ ਹੈ ਜੀ। ਜਦੋਂ ਗੁਰੂ ਸਾਹਿਬ ਦਾ ਸਰੂਪ ਕਿਤੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੋਣਾ ਹੋਵੇ, ਗੁਰਦੁਆਰਾ ਸਾਹਿਬ ਤੋਂ ਚੱਲਿਆ ਹੋਵੇ, ਪੰਜ ਪਿਆਰੇ ਲੈ ਕੇ ਜਾਂਦੇ ਹੋਣ ਤੇ ਅਸੀਂ ਰਾਹ 'ਚ ਕਿਤੇ ਲੰਘ ਰਹੇ ਹੋਈਏ ਤਾਂ ਅਸੀਂ ਰਾਹ ਛੱਡ ਕੇ ਪਾਸੇ ਹੋ ਜਾਂਦੇ ਆ, ਉੱਥੇ ਨਤਮਸਤਕ ਹੁੰਦੇ ਆ, ਧਰਤੀ ਨੂੰ ਮੱਥਾ ਟੇਕਦੇ ਆ। ਸੋ ਇੰਨਾ ਸਾਡੇ 'ਚ ਸਤਿਕਾਰ ਆ, ਕਿਉਂਕਿ ਉਹ ਪ੍ਰਗਟ ਦੇ ਆ ਗੁਰੂ ਦੀ। ਜਦੋਂ ਪ੍ਰਗਟ ਦੇ ਆ ਗੁਰੂ ਦੀ ਤਾਂ ਗੁਰੂ ਨੂੰ ਗੁਰੂ ਵਾਲਾ ਸਤਿਕਾਰ ਕਿਉਂ ਨਹੀਂ ਦਿੱਤਾ ਜਾ ਰਿਹਾ? ਸਾਡੀਆਂ ਜੇ ਜਥੇਬੰਦੀਆਂ ਇਹ ਗੱਲ ਨਹੀਂ ਸਮਝਣਗੀਆਂ, ਕਿਉਂਕਿ ਮੈਂ ਜਥੇਬੰਦੀ ਨੂੰ ਨਹੀਂ ਨਿੰਦ ਰਿਹਾ, ਪਰ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਜਥੇਬੰਦੀਆਂ ਦੇ ਅੱਜ ਦੀ ਡੇਟ 'ਚ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ। ਅਸੀਂ ਇਹ ਗੱਲ ਜਮਾਂ ਹੀ ਨਹੀਂ ਸਹਿ ਸਕਦੇ। ਸਾਡੇ ਸਿੱਖ ਸਾਹਿਤ ਨੂੰ ਬਹੁਤ ਵੱਡੀ ਢੇਅ ਲੱਗੀ ਆ, ਜਦੋਂ ਉਹਦੇ 'ਚ ਬਹੁਤ ਜ਼ਿਆਦਾ ਮਿਲਾਵਟ ਆਲਰੇਡੀ ਹੋ ਚੁੱਕੀ ਆ। ਹੁਣ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵੀ ਮਿਸਿੰਗ ਆ, 267 ਸਰੂਪ ਮਿਸਿੰਗ ਆ, ਤੇ ਉਹਦੇ 'ਚ ਜੇ ਸਿਆਰੀ ਤੇ ਵਿਹਾਰੀ ਵੀ ਬਦਲਤੀ ਨਾ ਕਿਸੇ ਨੇ, ਅਸੀਂ ਸਿਰ ਧੜ ਦੀ ਲਾ ਜਾਾਂਗੇ ਤੇ ਤੁਸੀਂ ਸਾਡੀ ਸਿਰ ਧੜ ਦੀ ਮੈਨੂੰ ਲੱਗਦਾ ਲਵਾਉਣ ਨੂੰ ਤਿਆਰ ਬੈਠੇ ਹੋ। ਜੇ ਉਹਦੇ 'ਚ ਕੋਈ ਸਿਹਾਰੀ ਵਿਹਾਰੀ ਕਿਸੇ ਨੇ ਬਦਲਣੀ ਆ ਤਾਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਤੋਂ ਆਗਿਆ ਲੈ ਕੇ ਉਹਨਾਂ ਦੇ ਹੁਕਮ ਦੇ ਅਨੁਸਾਰ ਹੋਊਗੀ, ਕਿਉਂਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਾਪੀਰਾਈਟ ਸਿਰਫ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਕੋਲੇ ਆ। ਹੋਰ ਕਿਸੇ ਦੀ ਜ਼ਰੂਰਤ ਨਹੀਂ ਆ, ਹਿੰਮਤ ਨਹੀਂ ਆ ਵੀ ਉਹਨੂੰ ਹੱਥ ਵੀ ਲਾ ਸਕੇ। ਸੋ ਇਸ ਕਰਕੇ ਜਿਹੜਾ ਸਤਿਕਾਰ ਸਾਡੇ ਗੁਰੂ ਦਾ ਸਾਡੇ ਦਿਲਾਂ 'ਚ ਆ ਉਹ ਤੁਸੀਂ ਨਹੀਂ ਕੱਟ ਸਕਦੇ। ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਇਸ ਗੱਲ ਨੂੰ ਇਹਦਾ ਜਵਾਬ ਮੰਗਣਾ ਪਊਗਾ, ਕਿਉਂਕਿ ਇਹ ਤੰਦਾਂ ਬੇਅਦਬੀ ਨਾਲ ਵੀ ਜਾ ਕੇ ਜੁੜਨਗੀਆਂ। ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਜਿਹੜੀ, ਤੇ ਸਾਨੂੰ ਜਦੋਂ ਉਹਦਾ ਅਸੀਂ ਜਦੋਂ ਸੰਗਤ ਨੇ ਉਸ ਗੱਲ ਤੇ ਧਰਨੇ ਲਾਏ ਤੇ ਉੱਤੋਂ ਗੋਲੀਆਂ ਚਲਾਉਣ ਲੱਗ ਗਏ, ਇਸ ਗੱਲ ਦੀਆਂ ਤੰਦਾਂ ਸਾਰੀ ਜਿਹੜੀ ਸਰਮਾਏਦਾਰੀ ਆ ਜਿਹੜੀ ਉੱਥੇ ਚੱਲ ਰਹੀ ਆ ਜਾਂ ਲੀਡਰਸ਼ਿਪ ਆ ਉਹ ਹਰ ਬੰਦੇ ਨਾਲ ਜਾ ਕੇ ਜੁੜਨਗੀਆਂ। ਸਾਨੂੰ ਜਵਾਬ ਚਾਹੀਦੇ ਆ, ਕਿਉਂਕਿ ਜੇ ਅਸੀਂ ਸਤਰਕ ਜਾਂ ਜਾਗਰੂਕ ਨਹੀਂ ਹੋਵਾਂਗੇ ਅਸੀਂ ਕਿਸੇ ਹੋਰ ਪਾਸੇ ਜਾ ਰਹੇ ਹਾਂ। ਸਾਨੂੰ ਆਪਦੇ ਆਪ 'ਚ ਮਿਲਾ ਲਿਆ ਜਾਊਗਾ, ਸਾਡੀ ਅਸਿਮੀਲੇਸ਼ਨ ਕਰ ਲਿੱਤੀ ਜਾਊਗੀ। ਤੁਸੀਂ ਇੱਕ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਉਹ ਚਾਹੁੰਦੇ ਨਹੀਂ, ਇਹ ਚਾਹੁੰਦੇ ਆ ਵੀ ਤੁਸੀਂ ਦਾੜਾ ਪ੍ਰਕਾਸ਼ ਕਰੋ ਜੀ, ਤੁਸੀਂ ਅੰਮ੍ਰਿਤ ਛਕੋ ਜੀ, ਤੁਸੀਂ ਖੰਡੇ ਬਾਟੇ ਦੀ ਪੌਲ ਲੈ ਲਓ, ਤੁਸੀਂ ਬਾਣੀ ਦਾ ਪਾਠ ਕਰੀ ਜਾਓ, ਤੁਸੀਂ ਸਾਬਤ ਸਰੂਪ ਰਹੋ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਗੱਲ ਤਾਂ ਫਲਸਫੇ ਤੇ ਆ ਕੇ ਟਿਕਦੀ ਆ, ਕਿਉਂਕਿ ਇਹ ਗੱਲ ਆ ਜਿਹੜੀ ਉਹ ਇਹ ਚਾਹੁੰਦੇ ਆ ਵੀ ਤੁਹਾਡਾ ਜਿਹੜਾ ਫਲਸਫਾ ਉਹ ਸਾਡੀਆਂ ਮਨੁਸਮ੍ਰਿਤੀਆਂ, ਸਾਡੇ ਵੇਦਾਂ 'ਚੋਂ ਨਿਕਲਿਆ ਹੋਇਆ ਫਲਸਫਾ। ਤੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਲੀਅਰ ਕਰਤੀ ਸੀ, ਨਾ ਹਮ ਹਿੰਦੂ ਨਾ ਮੁਸਲਮਾਨ। ਸੋ ਸਾਡੇ ਲਈ ਹਰ ਇੱਕ ਬਰਾਬਰ ਆ, ਪਰ ਸਾਨੂੰ ਨਾ ਤੁਸੀਂ ਇਸ ਤੱਕੜੀ 'ਚ ਤੱਲੋ ਨਾ ਉਸ ਤੱਕੜੀ 'ਚ ਤੱਲੋ। ਸਾਡੀ ਇੱਕ ਆਪਦੀ ਡਿਸਟਿੰਕਟ ਆਈਡੈਂਟਿਟੀ ਆ, ਵਿਲੱਖਣਤਾ, ਉਸ ਵਿਲੱਖਣਤਾ ਨੂੰ ਅਸੀਂ ਖਤਮ ਨਹੀਂ ਹੋਣ ਦੇਵਾਂਗੇ। ਸੋ ਲੜਾਈ ਸਾਰੀ ਇਸ ਗੱਲ ਦੀ ਹੈ ਜੀ, ਹੋਰ ਕੋਈ ਲੜਾਈ ਨਹੀਂ ਆ। ਇਸ ਕਰਕੇ ਸਾਰੀ ਸੰਗਤ ਨੂੰ, ਵਿੱਚੇ ਸਾਡੇ ਦਲਿਤ ਭਰਾਵਾਂ ਨੂੰ, ਵਿੱਚੇ ਸਾਡੇ ਹਿੰਦੂ ਭਰਾਵਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ, ਇਹ ਇਕੱਲੀ ਸਿੱਖਾਂ ਦੀ ਲੜਾਈ ਨਹੀਂ ਆ। ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ, ਤੇ ਗੁਰੂ ਤੁਹਾਡੇ ਵੀ ਉਨੇ ਹੀ ਸਾਂਝੇ ਆ ਜਿੰਨੇ ਸਿੱਖਾਂ ਦੇ ਆ, ਕਿਉਂਕਿ ਗੁਰੂ ਨਾਨਕ ਸਾਹਿਬ ਜਗਤ ਗੁਰੂ ਕਹਿਲਾਉਂਦੇ ਆ। ਸੋ ਇਹ ਗੱਲ ਨੂੰ ਸਮਝਣ ਦੀ ਬਹੁਤ ਜ਼ਰੂਰਤ ਹੈ ਜੀ। ਤੇ ਆਪਾਂ ਨੂੰ 267 ਸਰੂਪ ਜਿਹੜੇ ਮਿਸਿੰਗ ਆ ਉਹਦਾ ਜਵਾਬ ਲੀਡਰਸ਼ਿਪ ਤੋਂ ਲੈਣਾ ਪਊਗਾ, ਅਦਰਵਾਈਜ਼ ਇਹ ਗੱਲ ਨਹੀਂ ਬਣਨੀ। ਜਿੱਥੋਂ ਤੱਕ 10ਵੇਂ ਪਾਤਸ਼ਾਹ ਦੀ ਰਮਾਇਣ, ਗੋਬਿੰਦ ਰਮਾਇਣ ਲਿਖਣ ਦੀ ਗੱਲ ਆ, ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਵਿਸ਼ਵਾਸ ਰੱਖਿਓ
10ਵੇਂ ਪਾਤਸ਼ਾਹ 'ਚ ਅਸੀਂ ਅਨੰਦਪੁਰ ਸਾਹਿਬ ਦੇ ਵਾਸੀ ਹਾਂ, ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਇਹ ਵੀ ਗੱਲ ਕਹੀ ਸੀ, ਨਾ ਮੈਂ ਗਣੇਸ਼ੇ ਪ੍ਰਥਮ, ਇਹ ਗੱਲ ਆਪਣੇ ਇਹ ਮੈਂ ਤੁਹਾਨੂੰ ਦੁਬਾਰਾ ਇੱਕ ਵਾਰੀ ਮੇਰੇ ਇਹ ਆ ਜਾਣ ਦਿਓ ਜ਼ਹਿਨ 'ਚ, ਹਾਂ, ਨਾ ਮੈਂ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਤੇ ਜਿਹੜਾ ਸਾਡਾ 10ਵੇਂ ਪਾਤਸ਼ਾਹ ਇਹ ਗੱਲ ਕਹਿ ਸਕਦੇ ਆ ਦੁਬਾਰਾ, ਇਹ ਗੱਲ, ਨਾ ਮੈਂ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ, ਤਾਂ ਇਹ ਗੱਲ ਹੀ ਕਲੀਅਰ ਆ, ਫਲਸਫਾ ਕਲੀਅਰ ਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਕਰੋ ਨਿਵਾਸ, ਖਾਲਸਾ ਮੇਰੇ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ ਸਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਹੁਣ ਜਿਹੜੀ ਇਹ ਗੱਲ ਆ, ਇਹ ਗੱਲ ਗੁਰੂ ਸਾਹਿਬ ਕਲੀਅਰ ਕਰ ਜਾਂਦੇ ਆ ਸਾਡੇ ਕੋਲੇ, ਉਹਨਾਂ ਦਾ ਫਲਸਫਾ ਸਾਡੇ ਕੋਲੇ ਕਲੀਅਰ ਆ। ਤਾਂ ਇਸ ਕਰਕੇ ਇਸ ਗੱਲ 'ਚ ਵਿਸ਼ਵਾਸ ਰੱਖਿਓ ਵੀ ਕਦੇ ਗੁਰੂ ਸਾਹਿਬ ਇਹੋ ਜਿਹੀਆਂ ਕੋਈ ਲਿਖਤਾਂ ਨਾ ਲਿਖ ਸਕਦੇ ਆ, ਨਾ ਰਚਨਾ ਕਰ ਸਕਦੇ ਆ। ਇਹ ਗੱਲ ਸਾਨੂੰ ਉਹਨਾਂ 'ਚ ਵਿਸ਼ਵਾਸ ਰੱਖਣੀ ਪੈਣੀ ਆ। ਮੇਰੀ ਜਿਹੜੀ ਕੁਛ ਬਾਣੀ ਪੜ੍ਹਦੇ ਤੋਂ ਮੇਰੇ ਤੋਂ ਹੋ ਸਕਦਾ ਇਸ ਜਜ਼ਬਾਤ 'ਚ ਕਿਤੇ ਨਾ ਕਿਤੇ ਕੋਈ ਭੁੱਲ ਹੋ ਗਈ ਹੋਵੇ, ਉਹ ਮੈਂ ਸੰਗਤ ਤੋਂ ਮਾਫੀ ਮੰਗਦਾ, ਪਰ ਮੇਰੇ ਜਿਹੜੇ ਅਹਿਸਾਸ ਆ ਉਹ ਤੁਹਾਡੇ ਤੱਕ ਪਹੁੰਚ ਗਏ ਹੋਣੇ ਆ, ਤੁਹਾਨੂੰ ਸਮਝ ਆ ਗਈ ਹੋਣੀ ਆ। ਸੋ ਗ੍ਰੰਥਾਂ ਤੇ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜੇ ਸਿਹਾਰੀ ਵਿਹਾਰੀ ਵੀ ਚੇਂਜ ਹੁੰਦੀ ਆ, ਅਸੀਂ ਜਾਣ ਤੱਕ ਆਪਦੀ ਲੜਾ ਜਾਾਂਗੇ ਜੀ, ਇਹ ਗੱਲ ਜਮਾਂ ਕਲੀਅਰ ਆ। ਦੂਜੀ ਗੱਲ ਜਿਹੜੀ ਆਪਾਂ ਆਉਣੇ ਆ ਇਸ ਗੱਲ ਤੇ ਆਉਣੇ ਆ, ਜਦੋਂ ਸਾਡੀ ਰਵਾਇਤਾਂ ਨੂੰ ਜਾਂ ਸਾਡੀ ਜੀਵਨ ਸ਼ੈਲੀ ਨੂੰ ਬਦਲਿਆ ਜਾਂਦਾ, ਉਹ ਕਿਸ ਤਰ੍ਹਾਂ ਬਦਲਿਆ ਜਾਂਦਾ, ਜਾਂ ਸਾਡੀ ਐਜੂਕੇਸ਼ਨ ਰਵਾਇਤੀ ਜਿਹੜਾ ਸਾਡੀ ਸਿੱਖਿਆ ਉਹਨੂੰ ਬਦਲਿਆ ਜਾਂਦਾ। ਇਹਦੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਇਹ ਉਦਾਹਰਨ, ਇਹ ਬਿਰਤਾਂਤ ਰਚਣ ਦੀ ਗੱਲ ਆ, ਇਹ ਨੈਰੇਟਿਵ ਰਚਣ ਦੀ ਗੱਲ ਆ, ਜਿਹੜਾ ਮੇਰਾ ਅਸਲ ਸਬਜੈਕਟ ਆ, ਜਿਹਦੇ ਤੇ ਮੈਂ ਇਹ ਸਮਝ ਸਕਦਾ ਵੀ ਮੈਂ ਗੱਲ ਕਰ ਸਕਦਾ, ਕਿਉਂਕਿ ਇਹ ਬਿਰਤਾਂਤ ਰਚਿਆ ਜਾਂਦਾ, ਨੈਰੇਟਿਵ ਰਚਿਆ ਜਾਂਦਾ ਨੈਸ਼ਨਲਿਜ਼ਮ ਦਾ, ਤੇ ਬਿਰਤਾਂਤ ਨੂੰ ਬਿਰਤਾਂਤ ਹੀ ਕੱਟ ਸਕਦਾ। ਪੰਜਾਬੀਆਂ ਦੀ ਤਰਾਸਦੀ ਰਹੀ ਆ, ਖਾਸ ਕਰਕੇ ਸਾਡੀ ਤਰਾਸਦੀ ਰਹੀ ਆ, ਅਸੀਂ ਕਦੇ ਬਿਰਤਾਂਤ ਹੀ ਨਹੀਂ ਰਚ ਸਕੇ। ਸੋ ਬਿਰਤਾਂਤ ਜੇ ਅਸੀਂ ਨਹੀਂ ਰਚ ਸਕੇ, ਹੁਣ ਸਾਡੀ ਲੀਡਰਸ਼ਿਪ ਨੂੰ, ਸਾਡੇ ਵਿਦਵਾਨਾਂ ਨੂੰ ਸਾਡਾ ਸਾਥ ਦੇਣਾ ਪਊਗਾ ਉਹ ਬਿਰਤਾਂਤ ਰਚਣ ਵਾਸਤੇ। ਕਿਉਂਕਿ ਤੁਸੀਂ ਇਹ ਦੇਖੋ, ਇੱਕ ਅਰਬ ਕੰਟਰੀ 'ਚ ਬਹੁਤ ਵੱਡਾ ਮੇਜਰ ਜਰਨਲ ਹੋਇਆ ਕਾਸਮ ਸੁਲੇਮਾਨੀ, ਜਿਹਨੇ ਸਾਰੇ ਅਰਬ ਕੰਟਰੀ ਦਾ ਝੰਡਾ ਚੱਕ ਲਿਆ ਸੀ ਤੇ ਅਮਰੀਕਾ ਦੇ ਅਗੇਂਸਟ ਖੜਾ ਹੋ ਗਿਆ ਸੀ। ਹਾਲਾਂਕਿ ਉਹਨਾਂ ਨੇ ਅਮਰੀਕਾ ਦੇ ਨਾਲ ਵੀ ਕੋਈ ਲੜਾਈਆਂ ਲੜੀਆਂ, ਪਰ ਇੱਕ ਟਾਈਮ ਉਹਨਾਂ ਨੇ ਆਪਦੀ ਕੌਮ ਲਈ, ਆਪਦੇ ਜਿਹੜੇ ਉੱਥੋਂ ਦੇ ਸਾਰੇ ਅਰਬ ਦੇ ਉਹਨਾਂ ਦੇ ਲੋਕ ਆ, ਉਹਨਾਂ ਲਈ ਇੱਕ ਝੰਡਾ ਚੱਕ ਕੇ ਲੜਾਈ ਲੜੀ, ਤੇ 20 ਤੋਂ 25 ਸਾਲ ਉਹ ਬੰਦਾ CIA ਦੇ ਅਗੇਂਸਟ, ਅਮਰੀਕਨ ਏਜੰਸੀਜ਼ ਦੇ ਅਗੇਂਸਟ ਲੜਦਾ ਰਿਹਾ। ਉਹਨਾਂ ਨੇ ਆਪਦਾ ਨੈਰੇਟਿਵ ਵੀ ਰਚਿਆ। ਜਦੋਂ ਵੀ ਕਿਤੇ CIA ਉਹਦੀ ਸੂਹ ਲੈਣ ਜਾਂਦੀ ਸੀ, ਚਾਹੇ ਉਹ ਤੁਸੀਂ ਜਿਹੜੇ ਮਰਜ਼ੀ ਅਰਬ ਕੰਟਰੀ 'ਚ ਉਹਦੀ ਸੂਹ ਲੈਣ ਜਾਂਦੇ ਸੀ, ਉਹ ਕਹਿੰਦੇ ਸੀ ਜੀ ਅਸੀਂ ਇਰਾਨੀਅਨ ਹੋਏ ਆ, ਉਹ ਇਰਾਨ ਦੇ ਸੀ, ਮੇਜਰ ਜਨਰਲ ਕਾਸਮ ਸੁਲੇਮਾਨੀ, ਉਹ ਕਹਿੰਦੇ ਸੀ ਅਸੀਂ ਨਹੀਂ ਦਿੰਦੇ ਜੀ, ਅਸੀਂ ਨਹੀਂ, ਉਹਨਾਂ ਦੀ ਨਹੀਂ ਅਸੀਂ ਸੂਹ ਦੇ ਸਕਦੇ, ਅਸੀਂ ਕਾਸਮ ਸੁਲੇਮਾਨੀ ਬਾਰੇ ਗੱਲ ਨਹੀਂ ਕਰ ਸਕਦੇ, ਕੋਈ ਹੋਰ ਗੱਲ ਕਰੋ। ਸੋ ਉਸ ਬੰਦੇ ਨੇ 25 ਤੋਂ 30 ਸਾਲ ਉਹ ਬਿਰਤਾਂਤ ਰਚਿਆ, ਜਿਹਦੇ 'ਚ ਇਹ ਗੱਲ ਦੁਨੀਆ ਦੇ ਸਾਹਮਣੇ ਆ ਗਈ ਵੀ ਅਮਰੀਕਾ ਤੇਲ ਦੀ ਲੜਾਈ ਲੜ ਰਿਹਾ, ਅਮਰੀਕਾ ਧੱਕੇ ਕਰ ਰਿਹਾ ਉੱਥੇ, ਤੇ ਉਹ ਅਮਰੀਕਾ ਦੇ ਅਗੇਂਸਟ ਆਪਦੇ ਲੋਕਾਂ ਲਈ, ਆਪਦੀ ਕੌਮ ਲਈ ਝੰਡਾ ਚੱਕ ਕੇ 25 ਤੋਂ 30 ਸਾਲ ਖੜੇ ਰਹੇ। ਕਿਸੇ ਟਾਈਮ, ਚਲੋ ਇਹ ਰੀਸੈਂਟ ਗੱਲ ਆ ਕੁਝ ਸਾਲਾਂ ਦੀ, ਵੀ ਕੁਝ ਗਦਾਰ ਵੀ ਹੁੰਦੇ ਆ, ਜਿਵੇਂ ਸਾਡੇ 'ਚ ਵੀ ਬੜੇ ਡੋਗਰੇ ਗਦਾਰ ਪੈਦਾ ਹੋਏ ਆ, ਜੰਗਾਂ ਲੜਦੇ ਰਹੇ, ਤੇ ਸਾਡੇ ਜਿਹੜੇ ਝੰਡੇ ਚੱਕ ਕੇ ਜੰਗਾਂ ਲੜਦੇ ਰਹੇ, ਸਾਨੂੰ ਤਾਂ ਵੀ ਨਹੀਂ ਪਤਾ ਲੱਗਿਆ। ਸੋ ਉਹ ਗਦਾਰ ਉੱਥੇ ਵੀ ਕੋਈ ਹੋਣਗੇ, ਉਹਨਾਂ ਨੇ ਕਿਸੇ ਨੇ ਸੂਹ ਦੇਤੀ ਤੇ ਉਹਨਾਂ ਦੀ ਅਸੈਸੀਨੇਸ਼ਨ ਹੋ ਗਈ। ਜਦੋਂ ਕਾਸਮ ਸੁਲੇਮਾਨੀ ਦਾ ਜਨਾਜ਼ਾ ਨਿਕਲਿਆ ਤਾਂ 30 ਲੱਖ ਲੋਕ ਉਸ ਜਨਾਜ਼ੇ 'ਚ ਸ਼ਾਮਲ ਹੋਏ। ਹੁਣ ਤੁਸੀਂ ਇਹ ਦੇਖ ਲਓ, 30 ਲੱਖ ਉਸ ਜਨਾਜ਼ੇ 'ਚ ਸ਼ਾਮਲ ਹੁੰਦੇ ਆ, ਜਿਹਦੇ 'ਚੋਂ ਉੱਥੇ ਸਟੈਂਪੀਡ ਹੋਈ ਉਸ ਜਨਾਜ਼ੇ 'ਚ, ਮਤਲਬ ਉੱਥੇ ਧੱਕਾ ਮੁੱਕੀ ਹੋਈ, ਉਸ ਧੱਕੇ ਮੁੱਕੇ 'ਚ 100 ਤੋਂ ਵੱਧ ਲੋਕ ਮਾਰੇ ਗਏ। ਤਾਂ ਕਿੱਡੀ ਵੱਡੀ ਉਸ ਬੰਦੇ ਦੀ ਫੋਲੋਇੰਗ ਹੋਊਗੀ, ਇਸ ਗੱਲ 'ਚ ਆਪਦੀ ਕੌਮ ਦਾ ਸਾਥ ਦਿੱਤਾ, ਆਪਦੀ ਧਰਤੀ ਦਾ ਸਾਥ ਦਿੱਤਾ। ਸੋ ਇਸ ਕਰਕੇ ਉਹ ਬਿਰਤਾਂਤ ਰਚਣੇ ਪੈਂਦੇ ਆ। ਜਦੋਂ ਇਹ ਬਿਰਤਾਂਤ, ਮੈਂ ਐਜੂਕੇਸ਼ਨ ਦੀ ਗੱਲ ਕਰ ਰਿਹਾ, ਲੀਬੀਆ ਆਪਦੀ ਲੜਾਈ ਲੜ ਰਿਹਾ ਸੀ, ਇਟਲੀ 'ਚ ਉੱਥੇ ਇਟਾਲੀਅਨਸ ਦੀ ਬਸਤੀ ਸੀ, ਇਟਲੀ ਵਾਲਿਆਂ ਦੀ ਬਸਤੀ ਸੀ, ਕॉलोनी ਸੀ, ਤੇ ਲੀਬੀਆ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ। ਉੱਥੇ ਇੱਕ ਉਮਰ ਮੁਖਤਿਆਰ, ਬਹੁਤ ਵੱਡੇ ਉਹਨਾਂ ਦੇ ਰਿਲੀਜੀਅਸ ਲੀਡਰ ਵੀ ਹੋਏ ਆ, ਉਹ ਇਸ ਆਜ਼ਾਦੀ ਦੀ ਲੜਾਈ ਦੇ ਉਹਨਾਂ ਦੇ ਮੋਹਰੀ ਵੀ ਸੀ। ਜਿਵੇਂ ਆਪਣੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ, ਉਵੇਂ ਉੱਥੇ ਉਹ ਉਮਰ ਮੁਖਤਿਆਰ ਹੋਏ ਆ। ਸੋ ਉਹਨਾਂ ਨੇ ਪਹਿਲਾ ਜਿਹੜਾ ਵਿਸ਼ਵ ਯੁੱਧ ਸੀ, ਫਰਸਟ ਵਰਲਡ ਵਾਰ ਲੱਗ ਗਈ, ਤੇ ਇਟਲੀ ਨੂੰ ਉਸ 'ਚ
ਭਾਗ ਲੈਣਾ ਪਿਆ, ਬੜੇ ਵੱਡੇ ਪੱਧਰ ਤੇ ਭਾਗ ਲੈਣਾ ਪਿਆ। ਤਾਂ ਇਸ ਗੱਲ ਜਦੋਂ ਇਟਲੀ ਨੇ ਇਹ ਸੋਚਿਆ ਵੀ ਹੁਣ ਸਾਨੂੰ ਇਹ ਬਸਤੀਵਾਦ 'ਚ ਲੜਾਈਆਂ ਨਹੀਂ ਲੜੀਆਂ ਜਾਣੀਆਂ, ਅਸੀਂ ਨਾ ਉੱਥੋਂ ਦੀ ਜਿਹੜੀ ਲੜਨ ਵਾਲੀ ਧਿਰ ਆ ਉਹਦੇ ਨਾਲ ਕੋਈ ਸਮਝੌਤੇ ਕਰ ਲੈਂਦੇ ਹਾਂ। ਸੋ ਲੜਨ ਵਾਲੀ ਧਿਰ ਵੀ ਉਦੋਂ ਤੱਕ ਇਹ ਸਮਝਦੀ ਸੀ ਵੀ ਚਲੋ ਅਸੀਂ ਬੈਠ ਕੇ ਕੁਛ ਕਿਤੇ ਸਾਡਾ ਫੌ ਪੈ ਜੇ, ਹੱਥ ਪੈ ਜੇ। ਸੋ ਗੱਲ ਸਮਝੌਤੇ ਤੇ ਆ ਗਈ, ਬੈਠ ਕੇ ਆ ਗਈ ਇਹ ਗੱਲ ਆ ਗਈ ਵੀ ਚਲੋ ਆਪਾਂ ਐਂ ਕਰਦੇ ਹਾਂ, ਡਿਪਾਰਟਮੈਂਟ ਵੰਡ ਲੈਂਦੇ ਹਾਂ। ਸੋ ਉਹ ਕਹਿੰਦੇ ਠੀਕ ਹੈ ਜੀ, ਡਿਪਾਰਟਮੈਂਟ ਵੰਡ ਲਓ। ਜਿਹੜੇ ਉਮਰ ਮੁਖਤਿਆਰ ਸਾਹਿਬ ਉਹਨਾਂ ਦੀ ਮੈਂ ਗੱਲ ਕਰਦਾ, ਡਿਪਾਰਟਮੈਂਟ ਵੰਡਣ ਤੇ ਗੱਲ ਆ ਗਈ ਤੇ ਉਹ ਕਹਿੰਦੇ ਦੱਸੋ ਕਿਹੜੇ ਕਿਹੜੇ ਡਿਪਾਰਟਮੈਂਟ ਚਾਹੀਦੇ ਆ। ਉਹ ਕਹਿੰਦੇ ਜੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਸਿਰਫ ਤੁਸੀਂ ਐਂ ਕਰੋ ਐਜੂਕੇਸ਼ਨ ਡਿਪਾਰਟਮੈਂਟ ਦੇ ਦਿਓ। ਹੁਣ ਜਦੋਂ ਇਟਾਲੀਅਨਸ ਨੇ ਇਹ ਗੱਲ ਸੁਣੀ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਦਿਓ, ਕਹਿੰਦੇ ਨਹੀਂ ਇਹ ਨਹੀਂ ਦੇਣਾ ਅਸੀਂ, ਇਹ ਤਾਂ ਪਹਿਲਾਂ ਹੀ ਸਾਡਾ, ਤੁਸੀਂ ਹੋਰ ਜਿਹੜਾ ਮਰਜ਼ੀ ਲੈ ਲਓ। ਸੋ ਇੰਨੀ ਜ਼ਿਆਦਾ ਇੰਪੋਰਟੈਂਟ ਐਜੂਕੇਸ਼ਨ ਹੁੰਦੀ ਆ। ਅੱਜ ਜਿਹੜੀ ਨਵੀਂ ਇਹਨਾਂ ਨੇ ਸਿੱਖਿਆ ਪ੍ਰਣਾਲੀ ਹੁਣੇ ਪ੍ਰਪੋਜ਼ ਕੀਤੀ ਆ ਜਾਂ ਹੁਣੇ ਜਿਹੜੀ ਲਾਗੂ ਕਰਨ ਜਾ ਰਹੇ ਆ, ਉਹ ਸਿਰਫ ਰਾਸ਼ਟਰਵਾਦ ਦੀ ਗੱਲ ਕਰਦੇ ਆ। ਉਹਦੇ 'ਚ ਪੰਜਾਬ ਦੀ, ਪੰਜਾਬੀਅਤ ਦੀ ਜਾਂ ਸਾਡੀ ਕੌਮ ਦੀ ਗੱਲ ਕਿਤੇ ਨਹੀਂ ਹੋਣੀ, ਜਾਂ ਹੋਰ ਕਿਸੇ ਖੇਤਰੀ ਭਾਸ਼ਾ ਦੀ, ਜਿਨ੍ਹਾਂ ਨੂੰ ਖੇਤਰੀ ਭਾਸ਼ਾ ਦਾ ਇਹ ਦਰਜਾ ਦਿੰਦੇ ਆ, ਜਾਂ ਹੋਰ ਕਿਸੇ ਜਿਹੜੇ ਘੱਟ ਗਿਣਤੀ ਵਰਗ ਦੀ ਗੱਲ ਕਿਤੇ ਨਹੀਂ ਹੁੰਦੀ। ਉੱਥੇ ਸਿਰਫ ਜ਼ਿਆਦਾ ਜਿਹੜੀ ਉਹ ਭਾਰਤੀ ਕੌਮ ਰਚਨ ਦੀ ਕੀਤੀ ਜਾ ਰਹੀ ਹੈ। ਤੇ ਅਸੀਂ ਐਜੂਕੇਸ਼ਨ ਨੂੰ ਐਂ ਸਮਝੀ ਪਏ ਹਾਂ ਜਿਵੇਂ ਬਸ ਕੋਈ ਗੱਲ ਹੀ ਨਹੀਂ, ਜਿਹੜਾ ਮਰਜ਼ੀ ਕਿਤਾਬਾਂ ਲਾ ਦੇਣ, ਸਾਨੂੰ ਕੀ ਫਰਕ ਪੈਂਦਾ। ਸੋ ਇਸ ਗੱਲਾਂ ਲਈ ਸਾਨੂੰ ਜਾਗਰੂਕ ਹੋਣਾ ਪਊਗਾ। ਅਗਲੀ ਗੱਲ ਆ ਜਿਹੜੀ ਉਹ ਮਾਂ ਬੋਲੀ ਦੀ। ਮਾਂ ਬੋਲੀ ਤੁਸੀਂ ਇਹ ਦੇਖ ਲਓ ਵੀ ਇਹ ਆਪ ਹੀ ਡਿਸਾਈਡ ਕਰ ਲੈਂਦੇ ਆ ਦਿੱਲੀ 'ਚ ਬੈਠ ਕੇ ਵੀ ਆਹ ਖੇਤਰੀ ਭਾਸ਼ਾ ਤੇ ਆਹ ਕੌਮੀ ਭਾਸ਼ਾ, ਜਾਂ ਸਥਾਨਕ ਭਾਸ਼ਾ ਤੇ ਆਹ ਕੌਮੀ ਭਾਸ਼ਾ। ਹੁਣ ਜਦੋਂ ਜੇ ਮੈਂ ਇਹ ਗੱਲ ਕਹਾਂ ਵੀ ਯਾਰ ਮੇਰੀ ਜਿਹੜੀ ਮਾਂ ਬੋਲੀ ਆ ਉਹੀ ਮੇਰੀ ਕੌਮੀ ਭਾਸ਼ਾ, ਹੁਣ ਇਸ ਗੱਲ 'ਚ ਮੇਰੇ ਨਾਲ ਤਾਂ ਕੌਨਫਲਿਕਟ ਹੋ ਗਿਆ ਨਾ। ਜੇ ਮੈਂ ਨਹੀਂ ਮੰਨਦਾ ਇਹਦੇ 'ਚ ਮੇਰਾ ਕੋਈ ਗੁਨਾਹ। ਸੋ ਤੁਸੀਂ ਇਹ ਦੇਖ ਲਓ ਵੀ ਆਪ ਹੀ ਕਾਨੂੰਨ ਬਣਾਉਣੇ, ਆਪ ਹੀ ਸੰਵਿਧਾਨਕ ਕਰ ਦੇਣੇ, ਆਪ ਹੀ ਉਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਵਾਇਲੈਂਸ ਜਾਂ ਫੋਰਸ ਕਰਨਾ ਲੋਕਾਂ ਨੂੰ, ਤੇ ਉਹਨੂੰ ਕੌਮੀਅਤ ਦਾ ਨਾਂ ਦੇਣਾ। ਤੇ ਜੇ ਮੈਂ ਕਹੂੰਗਾ ਵੀ ਮੇਰੀ ਜਿਹੜੀ ਮਾਂ ਬੋਲੀ ਆ ਉਹ ਪੰਜਾਬੀ ਆ ਜਾਂ ਮੇਰੀ ਕੌਮੀ ਬੋਲੀ ਪੰਜਾਬੀ ਆ, ਤੇ ਉਹਦੇ ਅਗੇਂਸਟ ਮੈਨੂੰ ਚੱਕ ਕੇ ਅੰਦਰ ਸਿੱਟ ਦੇਣਗੇ ਜਾਂ ਮੇਰੇ ਤੇ ਕੇਸ ਪਾ ਦੇਣਗੇ। ਮੇਰੇ ਤੇ ਮਤਲਬ ਕੋਈ ਵੀ ਬੰਦਾ ਹੋ ਸਕਦਾ ਜਿਹਦੇ ਅਧੀਨ ਸਾਨੂੰ ਤੁਸੀਂ ਦੇਖ ਲਓ। ਹੁਣ ਜੇ ਅਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਹਾਂ ਜਾਂ ਅਸੀਂ ਇਹ ਗੱਲ ਕਰਦੇ ਹਾਂ ਵੀ ਸਾਡਾ ਆਪਦੇ ਸਾਨੂੰ ਪੰਜਾਬ ਦੇ ਲਈ ਉਹਦੇ ਉੱਥੇ ਜ਼ਿਆਦਾ ਹੱਕ ਮਿਲਣੇ ਚਾਹੀਦੇ ਆ, ਸਾਨੂੰ ਪਾਣੀ ਮਿਲਣਾ ਚਾਹੀਦਾ, ਸਾਡੇ ਉੱਥੇ ਵਿਕਾਸ ਹੋਣਾ ਚਾਹੀਦਾ, ਸਾਡੀਆਂ ਜ਼ਮੀਨਾਂ ਨੂੰ ਤੁਸੀਂ ਕੰਟੈਮੀਨੇਟ ਕਰਤਾ, ਸਾਡਾ ਸਭ ਕੁਝ ਤੁਸੀਂ ਖੋਹ ਕੇ ਲੈ ਗਏ, ਤੇ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਦੇਸ਼ ਧਰੋਹੀ ਹੋ। ਤੇ ਜੇ ਅਸੀਂ ਸਰਹੱਦ ਤੇ ਲੜਦੇ ਹਾਂ ਤੇ ਅਸੀਂ ਤੁਹਾਡੇ ਲਈ ਉਦੋਂ ਦੇਸ਼ ਭਗਤ ਹੋ ਜਾਂਦੇ ਹਾਂ। ਇਹ ਗੱਲ ਨੈਰੇਟਿਵ ਦੀ ਕਿੱਥੇ ਜਾਂਦੀ ਹੈ? ਕਿਹੋ ਜਿਹਾ ਨੈਰੇਟਿਵ ਰਾਸ਼ਟਰਵਾਦ ਦੇ ਥੱਲੇ ਇਹ ਸਿਰਜਦੇ ਆ ਤੇ ਕਿਹੜੀਆਂ ਗੱਲਾਂ ਨੂੰ ਇਹ ਖਤਮ ਕਰਨ ਤੇ ਤੁਲੇ ਹੋਏ ਆ। ਇਹ ਗੱਲਾਂ ਬਹੁਤ ਸੀਰੀਅਸ ਆ, ਇਹਨਾਂ ਦਾ ਚਿੰਤਨ ਕਰਨਾ ਬਹੁਤ ਜ਼ਰੂਰੀ ਆ ਸਾਡੇ ਲਈ। ਸੋ ਅਗਲੀ ਗੱਲ ਜਿਹੜੀ ਆਪਾਂ ਇਸ ਕਰਕੇ ਮੈਂ ਤੁਹਾਡੇ ਨਾਲ ਕਰ ਰਿਹਾ, ਟਾਈਮ ਆ ਗਿਆ ਵੀ ਅਸੀਂ ਇੱਕ ਆਲਟਰਨੇਟਿਵ ਲੀਡਰਸ਼ਿਪ ਖੜੀ ਕਰੀਏ ਜਿਹੜੀ ਸਿਰਫ ਪੰਜਾਬ ਦੀ ਗੱਲ ਕਰੇ, ਪੰਜਾਬੀਅਤ ਦੀ ਗੱਲ ਕਰੇ, ਉੱਥੋਂ ਦੇ ਹੱਕਾਂ ਦੀ ਗੱਲ ਕਰੇ, ਸਾਡੀ ਧਰਤੀ ਦੀ ਗੱਲ ਕਰੇ। ਇਹਨਾਂ ਰਵਾਇਤੀ ਪਾਰਟੀਆਂ ਤੋਂ ਦੂਰ ਹੋ ਜਾਓ। ਰਵਾਇਤੀ ਪਾਰਟੀਆਂ ਨੇ ਸਾਨੂੰ ਹਜੇ ਤੱਕ ਕੁਝ ਨਹੀਂ ਦਿੱਤਾ, ਇਹਨਾਂ ਨੇ ਸਿਰਫ ਗੁਲਾਮੀ ਕੀਤੀ ਆ ਤੇ ਸਾਨੂੰ ਆਪਸ 'ਚ ਲੜਾਇਆ। ਅਸੀਂ ਕੋਈ ਨਾ ਕੋਈ ਆਲਟਰਨੇਟਿਵ ਜਿਹੜਾ ਲੀਡਰਸ਼ਿਪ ਆ ਉਹ ਕ੍ਰੀਏਟ ਕਰਨੀ ਆ। ਇਸ ਗੱਲ 'ਚ ਸਿਰ ਜੋੜ ਕੇ ਬੈਠੀਏ, ਇੱਕ ਦੂਜੇ ਦੇ ਸਿਰ ਨਾ ਪਾੜੀਏ। ਮੇਰਾ ਕਿਸੇ ਨਾਲ ਕੋਈ ਵੈਰ ਨਹੀਂ, ਜਿਵੇਂ ਮੈਂ ਕਹਿੰਦਾ ਹੁੰਦਾ, ਕਿਸੇ ਕਾਂਗਰਸੀ ਨਾਲ, ਕਿਸੇ ਬੀਜੇਪੀ ਵਾਲੇ ਨਾਲ, ਕਿਸੇ ਅਕਾਲੀ ਨਾਲ, ਕਿਸੇ ਆਪ ਪਾਰਟੀ ਵਾਲੇ ਨਾਲ ਕੋਈ ਵੈਰ ਨਹੀਂ। ਮੇਰੀ ਸਿਰਫ ਗੱਲ ਪੰਜਾਬ ਤਾਈਂ ਆ, ਸਾਡੀ ਪੰਜਾਬ ਦੇ ਲੋਕਾਂ ਤਾਈਂ ਆ। ਇਸ ਕਰਕੇ ਜਿਹੜੇ ਆ ਰਵਾਇਤੀ ਪਾਰਟੀਆਂ ਦੇ ਨਾਲ ਜੁੜੇ ਆ, ਉਹ ਸਾਰੀ ਸੰਗਤ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ, ਬਾਈ ਜੀ ਸਾਡੇ ਨਾਲ ਆਓ, ਸਾਡਾ ਸਾਥ ਦਿਓ। ਤੁਹਾਡਾ ਸਾਥ ਬਹੁਤ ਜ਼ਰੂਰੀ ਆ, ਇੱਕ ਬੰਦਾ ਜ਼ਰੂਰੀ ਆ, ਇੱਕ ਬੰਦਾ ਬੇਸ਼ਕੀਮਤੀ ਆ। ਸੋ ਇਹੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਇਹ ਗੱਲਾਂ ਇਸ ਕਰਕੇ ਸਾਂਝੀਆਂ ਕਰਨੀਆਂ ਜ਼ਰੂਰੀ ਆ ਕਿਉਂਕਿ ਕੱਲ੍ਹ ਹੀ ਜਿਹੜਾ ਬਿਆਨ ਆਇਆ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਗੁਰੂ ਗੋਬਿੰਦ ਸਾਹਿਬ ਨੇ, ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਦੇਖੋ ਗੋਬਿੰਦ ਰਾਮਾਇਣ ਲਿਖੀ ਸੀ। ਕੋਈ ਇਹੋ ਜਿਹੀ ਗੱਲ ਨਹੀਂ ਆ, ਤੁਸੀਂ ਕਿਸੇ ਭਰਮ 'ਚ ਨਾ ਪਿਓ, ਵਿਸ਼ਵਾਸ ਰੱਖਿਓ, ਸਾਡੇ ਪਿਤਾ ਤੇ ਵਿਸ਼ਵਾਸ ਰੱਖਿਓ, ਸਾਡੇ ਸਤਿਗੁਰ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਤੇ ਵਿਸ਼ਵਾਸ ਰੱਖਿਓ। ਉਹ ਸੂਰਾ ਉਹ ਸੀ ਜੋ ਪਹਿਚਾਨੀਏ ਲੜੇ ਦੀਨ ਕੇ ਹੇਤ ਵਾਲੀ ਗੱਲ ਆ। ਸੋ ਇਸ ਕਰਕੇ ਮੈਂ ਇਹੀ ਅਰਦਾਸ ਕਰਨੀ ਆ, ਤੁਹਾਨੂੰ ਵਿਸ਼ਵਾਸ ਬਣਾਈ ਰੱਖਿਓ, ਸਾਥ ਬਣਾਈ ਰੱਖਿਓ। ਅਸੀਂ ਪੰਜਾਬ ਲਈ ਲੜਨਾ, ਪੰਜਾਬੀਅਤ ਲਈ ਲੜਨਾ, ਸਾਡੀ ਧਰਤੀ ਲਈ ਲੜਨਾ ਤੇ ਸਾਡੇ ਲੋਕਾਂ ਲਈ ਲੜਨਾ। ਵਿੱਚ ਮੈਂ ਜਜ਼ਬਾਤੀ ਹੋ ਜਾਂਦਾ, ਪਰ ਜਜ਼ਬਾਤ ਵੀ ਸਾਡੇ ਅੰਦਰ ਹੀ ਵਸੇ ਆ ਤੇ ਉਹਨਾਂ ਨੂੰ ਹੁਣ ਕੱਢ ਕੇ ਕਿਵੇਂ ਸਿੱਟ ਦਈਏ। ਤੇ
ਜਿਉਂਦੇ ਵਸਦੇ ਰਹੋ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ ਜੀ। ਗੁਰੂ ਪਿਆਰਿਓ, ਕੋਈ ਨਹੀਂ ਚਾਹੁੰਦਾ ਨੌਹਾਂ ਨਾਲੋਂ ਮਾਸ ਅਲੱਗ ਹੋਵੇ, ਪਰ ਜੇਕਰ ਸਰਕਾਰਾਂ ਇਸੇ ਘਟੀਆ ਤਰੀਕੇ ਦੇ ਨਾਲ ਅੱਗੇ ਵਧਦੀਆਂ ਰਹੀਆਂ, ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ, ਭਗਵੇਂ ਏਜੰਡਿਆਂ ਹੇਠ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ, ਤਾਂ ਫਿਰ ਵੱਖ-ਵੱਖ ਆਵਾਜ਼ਾਂ ਉੱਠਣੀਆਂ ਲਾਜ਼ਮੀ ਹੋ ਜਾਂਦੀਆਂ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਜੋ ਕੁਝ ਸਿਆਸਤ ਦੇ ਵਿੱਚ ਹੋ ਰਿਹਾ ਹੈ, ਜੋ ਕੁਝ ਸਿੱਖ ਕੌਮ ਦੇ ਨਾਲ ਵਾਪਰ ਰਿਹਾ ਹੈ, ਇਹ ਸਭ ਵੇਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਗਲਾ ਕਦਮ, ਅਗਲਾ ਫੈਸਲਾ ਕੀ ਹੋਵੇਗਾ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।